खैरा स्टडी सेंटर चैनल देखते सारे ही स्टूडेंट्स ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤੇ ਬੇਟਾ ਅਸੀਂ ਇੰਟੀਗ੍ਰੇਸ਼ਨ ਚੈਪਟਰ ਕਰਦੇ ਪਏ ਹਾਂ ਤੇ ਉਹਦੇ ਵਿੱਚ ਟੌਪਿਕ ਸਾਡਾ ਚੱਲਦਾ ਪਿਆ ਇੰਡੈਫੀਨਿਟ ਇੰਟੈਗਰਲ। ਇੰਡੈਫੀਨਿਟ ਇੰਟੈਗਰਲ ਦੇ ਅੰਦਰ ਅਸੀਂ ਅਜੇ ਤੱਕ 2 ਲੈਕਚਰ ਜਿਹੜੇ ਨੇ ਕੰਪਲੀਟ ਕੀਤੇ ਆ, ਜਿਨ੍ਹਾਂ ਵਿੱਚ ਅਸੀਂ ਸਿੰਪਲ ਇੰਟੈਗਰੇਸ਼ਨ ਇੰਟਰੋਡਕਸ਼ਨ ਟੂ ਦ ਰੂਲਸ ਤੇ ਸੈਕਿੰਡ ਇੰਟੈਗਰੇਸ਼ਨ ਬਾਈ ਸਬਸਟੀਟਿਊਸ਼ਨ ਮੈਥਡ ਉਹਨੂੰ ਕਵਰ ਕੀਤਾ। ਤੇ ਅੱਜ ਅਸੀਂ ਆਪਣੀ 7.3 NCERT ਦੀ ਐਕਸਰਸਾਈਜ਼ ਤੇ ਉਹਦੇ ਰਿਲੇਟਡ ਟੌਪਿਕਸ ਨੇ ਆਪਾਂ ਪੜਾਂਗੇ। ਸਾਡੀ 7.3 ਜੋ NCERT ਐਕਸਰਸਾਈਜ਼ ਆ ਉਹ ਬੱਚੇ ਫੋਕਸਡ ਆ ਇੰਟੀਗ੍ਰੇਸ਼ਨ ਯੂਜ਼ਿੰਗ ਟ੍ਰਿਗਨੋਮੈਟ੍ਰਿਕ ਆਇਡੈਂਟੀਟੀਜ਼। ਸਾਨੂੰ ਪਤਾ ਕਿ ਜੇ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਦੀ ਗੱਲ ਕਰੀਏ ਸਾਈਨ ਕਾਸ ਟੈਨ ਹਰ ਇੱਕ ਫੰਕਸ਼ਨ ਦੀ ਪਾਵਰ 1 ਹੋਏ ਫਿਰ ਆਪਾਂ ਉਹਨਾਂ ਦੀ ਇੰਟੀਗ੍ਰੇਸ਼ਨ ਜਿਹੜੀ ਆ ਕਰ ਸਕਦੇ ਹਾਂ। ਇਹਦੇ ਨਾਲ ਐਂਗਲ ਲੀਨੀਅਰ ਹੋਣਾ ਚਾਹੀਦਾ, ਠੀਕ ਹੈ। ਹੁਣ ਇੱਥੇ ਉਹੀ ਕਿ ਸਾਡੇ ਕੋਲ ਜੇ ਟ੍ਰਿਗਨੋਮੈਟ੍ਰਿਕ ਫੰਕਸ਼ਨ ਉਹਨਾਂ ਦੀ ਪਾਵਰ 2 ਆ ਜੇ 3 ਆ ਜੇ 4 ਆ ਜੇ ਦੈਨ ਉਹਨਾਂ ਨੂੰ ਵੀ ਕਿਵੇਂ ਆਪਾਂ ਇੰਟੀਗ੍ਰੇਸ਼ਨ ਕਰਨਾ ਬਾਈ ਯੂਜ਼ਿੰਗ ਟ੍ਰਿਗਨੋਮੈਟ੍ਰਿਕ ਆਇਡੈਂਟੀਟੀਜ਼, ਉਹ ਆਪਾਂ ਅੱਜ ਸਵਾਲ ਕਰਨੇ ਆ। ਇਸ ਵਾਸਤੇ ਤੁਹਾਨੂੰ ਕੁਝ ਟ੍ਰਿਗਨੋਮੈਟ੍ਰਿਕ ਆਇਡੈਂਟੀਟੀ ਜਿਹੜੀਆਂ ਨੇ ਉਹ ਯਾਦ ਹੋਣੀਆਂ ਚਾਹੀਦੀਆਂ, ਠੀਕ ਹੈ। ਫਿਰ ਹੀ ਤੁਸੀਂ ਜਿਹੜਾ ਇਹਨਾਂ ਸਮ ਨੂੰ ਸੋਲਵ ਕਰ ਸਕਦੇ ਹੋ, ਠੀਕ ਹੈ ਬੱਚੇ। ਸਟਾਰਟ ਕਰਦੇ ਜੀ ਅੱਜ ਦੇ ਆਪਣੇ ਫਸਟ ਸਮ ਤੋਂ। ਫਸਟ ਸਮ ਹੈ एक्सरसाइज का साइन स्केयर 2x + 5, ठीक है। साइन स्केयर 2x + 5 ਆਪਾਂ इंटीग्रेशन करना। साइन स्केयर 2x + 5 dx। सब तो पहला देखो बेटा ਅਸੀਂ sin x ਜਿਹੜਾ ਆ ਉਹਦੀ ਇੰਟੀਗ੍ਰੇਸ਼ਨ ਤੇ ਸਿੱਖੀ ਹੈ ਕਿ sin ਦੀ ਇੰਟੀਗ੍ਰੇਸ਼ਨ ਹੁੰਦੀ ਹੈ -cos, ਬਟ ਜੇ sin ਦੀ ਪਾਵਰ 2 ਆ ਜੇ ਤਾਂ ਉਹਦੀ ਇੰਟੀਗ੍ਰੇਸ਼ਨ ਤੇ ਆਪਾਂ ਅੱਜ ਸਿੱਖੀ ਨਹੀਂ, ਨਾ ਹੀ ਮਤਲਬ ਸਾਡੇ ਕੋਲ ਡਾਇਰੈਕਟ ਕੋਈ ਦਾ ਫਾਰਮੂਲਾ ਹੈਗਾ। फिर ਅਸੀਂ ਇਹ ਦੇਖਣਾ ਕਿ ਕੀ ਅਸੀਂ ਜੇ ਸਾਡੇ ਕੋਲ ਪਾਵਰ 1 ਤੋਂ ਵੱਧ ਵਾਲਾ ਟ੍ਰਿਗਨੋਮੈਟ੍ਰਿਕ ਫੰਕਸ਼ਨ ਆ ਗਿਆ ਸਿੰਗਲ, ਦੈਨ ਇੱਥੇ ਨਾ ਹੀ ਲਾਗੇ ਕੋਈ ਡਿਫਰੈਂਸ਼ੀਏਸ਼ਨ ਪਾਈ ਵਾਲਾ ਕੋਈ ਕਨਸੈਪਟ ਲੱਗੂਗਾ। ਫਿਰ ਆਪਾਂ ਇਹ ਦੇਖਣਾ ਕਿ ਕੀ ਕੀਤਾ ਜਾਏ ਕਿ ਇਸ ਸਾਈਨ ਸਕੁਏਅਰ ਨੂੰ ਕੀ ਅਸੀਂ ਕੋਈ ਹੋਰ ਟ੍ਰਿਗਨੋਮੈਟ੍ਰਿਕ ਫੰਕਸ਼ਨ 'ਚ ਕਨਵਰਟ ਕਰ ਸਕਦੇ ਹਾਂ ਜਿਹਦੀ ਪਾਵਰ 1 ਸਾਡੇ ਕੋਲ ਆ ਜੇ, ਠੀਕ ਹੈ। ਤੇ ਉੱਥੋਂ ਆਪਾਂ ਫਿਰ ਰਿਵਾਈਜ਼ ਕਰਨੀ ਹੈ ਕਿ ਸਾਈਨ ਸਕੁਏਅਰ ਵਾਲੀ ਕੋਈ ਆਇਡੈਂਟੀਟੀਜ਼ ਹੁੰਦੀ ਹੈ। ਦੇਖੋ ਅਸੀਂ ਤਾਂ ਪੜ੍ਹਿਆ ਸੀ cos 2x ਜਿਹੜਾ ਹੈ ਉਹਦੀ ਆਇਡੈਂਟੀਟੀ cos ਸਕੁਏਅਰ ਵਿੱਚ ਵੀ ਹੁੰਦੀ ਹੈ ਤੇ sin ਸਕੁਏਅਰ ਵਿੱਚ ਵੀ, ਠੀਕ ਹੈ। cos ਸਕੁਏਅਰ ਵਿੱਚ ਸਾਡੇ ਕੋਲ ਆਇਡੈਂਟੀਟੀ ਉਹਦੀ ਹੁੰਦੀ ਹੈ 2 cos square x - 1, ਇੱਥੇ ਹੁੰਦੀ ਸਾਡੇ ਕੋਲ sin ਸਕੁਏਅਰ ਵਿੱਚ 1 - 2 sin ਸਕੁਏਅਰ x, ਠੀਕ ਹੈ। ਇਹ ਸਾਡੇ ਕੋਲ ਆਇਡੈਂਟੀਟੀ ਹੁੰਦੀ ਆ cos 2x ਦੀ sin ਸਕੁਏਅਰ ਦੇ ਵਿੱਚ। ਜੇ cos ਵਿੱਚ ਦੇਖੀਏ cos 2x ਦੀ ਉਹ ਹੁੰਦੀ ਆ 2 cos ਸਕੁਏਅਰ x - 1। cos 2x ਦੀਆਂ ਇਹ ਦੋ ਆਇਡੈਂਟੀਟੀ ਹੁੰਦੀਆਂ ਨੇ sin ਸਕੁਏਅਰ ਤੇ cos ਸਕੁਏਅਰ ਵਿੱਚ। ਸਾਡਾ ਫੰਕਸ਼ਨ ਕਾਹਦੇ ਵਿੱਚ ਆ ਸਕੁਏਅਰ ਤੇ sin ਸਕੁਏਅਰ, ਤੇ ਆਪਾਂ sin ਸਕੁਏਅਰ ਨੂੰ ਕਾਹਦੇ ਵਿੱਚ ਮੂਵ ਕਰਨਾ ਚਾਹੁੰਦੇ ਹਾਂ ਕਿ ਪਾਵਰ 2 ਹਟ ਜੇ ਪਾਵਰ 1 ਆ ਜੇ, ਬਟ sin ਸਕੁਏਅਰ ਦੀ ਕੋਈ sin ਵਿੱਚ ਆਇਡੈਂਟੀਟੀ ਨਹੀਂ ਹੁੰਦੀ ਪਾਵਰ 1 ਵਾਲੀ। ਹਾਂ ਆਪਾਂ ਦੇਖਿਆ ਕਿ ਸਾਡੇ ਕੋਲ ਆਇਡੈਂਟੀਟੀ ਹੈਗੀ ਸੀ ਕਿ 1 - 2 sin ਸਕੁਏਅਰ x ਹੁੰਦਾ ਹੈ cos 2x ਦੇ। ਇਤੋਂ ਮੈਂ ਕੀ ਕਰਦਾ sin ਸਕੁਏਅਰ x ਦੀ ਵੈਲਿਊ ਫਾਈਂਡ ਕਰ ਸਕਦਾ। ਇਸ ਕਰਕੇ ਮੰਨ ਲਓ ਸਾਨੂੰ cos ਸਕੁਏਅਰ ਵਿੱਚ ਆਏ ਦੈਨ ਤੁਸੀਂ ਇਹ ਆਇਡੈਂਟੀਟੀ ਜਿਹੜੀ ਹੈ ਅਪਲਾਈ ਕਰ ਸਕਦੇ ਹੋ, ਠੀਕ ਹੈ। ਤਾਂ ਕਰਕੇ ਮੈਂ ਸੈਕੰਡ ਆਇਡੈਂਟੀਟੀ ਵੀ ਲਿਖਤੀ ਹੈ ਇੱਥੇ ਸਾਡੇ ਕੋਲ sin ਸਕੁਏਅਰ x ਇਧਰ ਲਾਈ 2 sin ਸਕੁਏਅਰ x ਕੀ ਆ ਗਿਆ 1 - cos 2x ਤੇ sin ਸਕੁਏਅਰ x ਕੀ ਆਏਗਾ 1 - cos 2x / 2 ਦੇ ਇਕੁਅਲ ਆ ਜਾਏਗਾ, ਠੀਕ ਹੈ। ਹੁਣ ਦੇਖੋ ਸਾਡੇ ਕੋਲ ਐਂਗਲ ਕੀ ਹੈ ਇੱਥੇ ਐਂਗਲ ਹੈਗਾ 2x + 5, x ਜਗ੍ਹਾ ਤੇ ਐਂਗਲ 2x + 5 ਆਏਗਾ। ਇੱਥੇ ਐਂਗਲ ਬੇਟਾ ਕੀ ਹੋ ਜਾਏਗਾ ਡਬਲ 2 × 2x + 5 ਆਏਗਾ, ਠੀਕ ਹੈ। ਇਸ ਕਰਕੇ ਇਹੀ ਪ੍ਰੋਪਰਟੀ ਆਪਾਂ ਆਇਡੈਂਟੀਟੀ ਜਿਹੜੀ ਆ ਯੂਜ਼ ਕਰਾਂਗੇ। ਇੱਥੇ ਸਾਡਾ ਫੰਕਸ਼ਨ ਕੀ ਬਣ ਜਾਏਗਾ sin ਸਕੁਏਅਰ 2x + 5 dx। sin ਸਕੁਏਅਰ ਜਗ੍ਹਾ ਕੀ ਲਿਖ ਦਾਂਗੇ 1 - cos 2 ਤੇ ਐਂਗਲ ਸਾਡੇ ਕੋਲ ਕੀ ਆਏਗਾ ਇੱਥੇ x ਹੈਗਾ, ਇੱਥੇ ਆਏਗਾ 2 × 2x + 5 / 2 ਆ ਜਾ, ਠੀਕ ਹੈ ਜੀ। ਨਾਲ ਆ ਗਿਆ ਦੇਖੋ ਜੀ dx। ਲਓ ਜੀ ਸਾਡਾ ਇੱਥੇ ट्रिग्नोमेट्रिक डंडे यूज करके अपना सम ਹੁਣ ਸਿੰਪਲ ਫਾਰਮ ਚ ਆ ਗਿਆ। ਹੁਣ ਅੱਗੇ ਆਪਾਂ ਸੈਪਰੇਟ ਕਰ ਲਈ ਤੇ ਇੰਟੀਗ੍ਰੇਸ਼ਨ ਕਰ ਲਾਂਗੇ 1/2 dx ਸੈਪਰੇਟ ਮਾਈਨਸ cos 2 ਅੰਦਰ ਮਲਟੀਪਲਾਈ ਕਰ ਦੋ 4x + 10 डिवाइड बाय 2 dx, ठीक है जी।
चलो इंटीग्रेशन करिए हम dx है 1/2 कांस्टेंट है बाहर आ गया dx है 1 की हट को आ गई इंटीग्रेशन x माइनस 1/2 बार cos 4x plus 10 cos की हट को इंटीग्रेशन क्या आएगी sin 4x plus 10 ਤੇ ਨਾਲ ਬੇਟਾ ਕੀ ਹੁੰਦਾ ਇੱਥੇ cos ਇੰਟੀਗ੍ਰੇਸ਼ਨ ਆ ਗਈ sin ਨਾਲ ਜੋ x ਦਾ ਕੋਐਫੀਸ਼ੀਐਂਟ ਆ ਉਹਦਾ ਨੀਚੇ ਆਪਾਂ ਡਿਵਾਈਡ ਕਰ ਦਿੰਦੇ ਆ ਪਲੱਸ ਆ ਕਾਂਸਟੈਂਟ ਆ ਗਿਆ c ਇਹ ਆ ਗਈ ਇੰਟੀਗ੍ਰੇਸ਼ਨ ਜੀ x/2 ਮਾਈਨਸ sin 4x plus 10 divided by 8 plus c ਇਹ ਸਾਡੀ ਆ ਗਈ ਜੀ ਇੰਟੀਗ੍ਰੇਸ਼ਨ sin ਸਕੁਅਰ 2x plus 5 ਠੀਕ ਹੈ ਐਵੇਂ ਅਸੀਂ ਹੁਣ ਅੱਗੇ ਇਹ ਦੇਖਣਾ ਕਿ ਕਿਹੜੀ ਟ੍ਰਿਗਨੋਮੈਟ੍ਰਿਕ ਆਇਡੈਂਟੀ ਜਿਹੜੀ ਆ ਯੂਜ਼ ਹੋ ਸਕਦੀ ਹੈ ਇੱਥੇ sin ਸਕੁਅਰ ਜੇ sin ਕਿਊਬ ਹੁੰਦਾ ਕਿਊਬ ਆਇਡੈਂਟੀ ਜੇ ਪਾਵਰ 4 ਹੁੰਦੀ ਫਿਰ ਇਹੀ ਆਇਡੈਂਟੀ ਆਪਾਂ ਅਪਲਾਈ ਕਰਨੀ ਸੀ sin ਸਕੁਅਰ ਇਨਟੂ sin ਸਕੁਅਰ ਕਰਕੇ ਅੱਗੇ ਸਮ ਸੋਲਵ ਕਰਾਂਗੇ ਆਪਾਂ ਠੀਕ ਹੈ ਜੇ ਦੋ sin cos ਮਾਈਨਸ ਹੁੰਦੇ ਪਏ ਆ cd ਜਿੰਨੇ ਵੀ ਫਾਰਮੂਲੇਜ਼ ਹੈਗੇ ਆ ਤੁਹਾਡੇ +1 ਦੇ ਵਿੱਚ ab ਫਾਰਮੂਲੇ cd ਫਾਰਮੂਲੇ ਜਿੱਥੇ ਤੁਹਾਨੂੰ ਲੱਗੇ ਕੋਈ ਫਾਰਮੂਲਾ ਇੱਥੇ ਫਿੱਟ ਬੈਠ ਰਿਹਾ ਤੁਸੀਂ ਉਹ ਫਾਰਮੂਲਾ ਅਪਲਾਈ ਕਰਕੇ ਆਇਡੈਂਟੀ ਅਪਲਾਈ ਕਰਕੇ ਹੁਣ ਆਪਣੇ ਸਮਸ ਨੂੰ ਸੋਲਵ ਕਰਨਾ ਠੀਕ ਹੈ ਨੈਕਸਟ ਸਮ ਦੇਖੀਏ ਜੀ integration of sin 2x into cos 3x ਦੋ ਟ੍ਰਿਗਨੋਮੈਟਰੀ ਫੰਕਸ਼ਨ ਮਲਟੀਪਲਾਈ ਹੋ ਰਹੇ ਹੋਣ ਦੈਨ ਅਸੀਂ ਇਹਦੇ ਨਾਲ ਸਮ ਪਹਿਲਾਂ ਵੀ ਕਰ ਚੁੱਕੇ ਹਾਂ ਬਟ ਉੱਥੇ ਇਦਾਂ ਹੁੰਦਾ ਸੀ ਕਿ ਜੇ sin ਤੇ cos ਆ ਦੋਨਾਂ ਦਾ ਐਂਗਲ ਸੇਮ ਹੁੰਦਾ ਕਿ sin ਦੀ ਲਾਗੇ ਡਿਫਰੈਂਸ਼ੀਏਸ਼ਨ cos ਪਈ ਹੁੰਦੀ ਜਾਂ cos ਦੀ ਲਾਗੇ sin ਆਪਾਂ ਕੈਸੇ ਡਿਫਰੈਂਸ਼ੀਏਸ਼ਨ ਪਈ ਬਟ ਇੱਥੇ ਪ੍ਰੋਬਲਮ ਇਹ ਆ ਉੱਥੇ ਐਂਗਲ ਸੇਮ ਹੁੰਦੇ ਸੀ इतने एंगल डिफरेंट है देखो जे साइन दे कवां के लागे cos डिफरेंशिएशन पई है ते sin दी डिफरेंशिएशन होंदी है sin 2x की डिफरेंशिएशन आएगी cos 2x into 2 बट एंगल क्या है इत्थे 3x इस करके मैं इत्थे कह सकदा कि इत्थे sin ते cos दो डिफरेंट एंगल वाले आपस में मल्टीप्लाई हो रही है दैन इन्हां केसेस दे विच चाहे दो ट्रिग्नोमेट्री फंक्शन मल्टीप्लाई हो रहे हो sin cos या sin sin या cos या फिर तीन मल्टीप्लाई हो रहे हो ਉਹਦੇ ਵਾਸਤੇ ਅਸੀਂ ਇਹ ਫਾਰਮੂਲੇ ਅਪਲਾਈ ਕਰਾਂਗੇ AB ਫਾਰਮੂਲੇ 2 sin A cos B ਹੁੰਦਾ sin A plus B plus sin A minus B ਤੇ ਜੇ cos ਦਾ ਐਂਗਲ ਵੱਡਾ ਹੋਵੇ cos ਪਹਿਲਾਂ ਲਿਖ ਲਈਦਾ 2 cos A sin B ਹੁੰਦਾ ਹੈ sin A plus B minus sin A minus B ਇਦਾਂ ਹੀ 2 cos A cos B 2 sin A sin ਠੀਕ ਹੈ ਹੁਣ ਇੱਥੇ ਆਪਾਂ ਦੇਖੀਏ sin ਤੇ cos ਮਲਟੀਪਲਾਈ ਹੋ ਰਹੇ ਮਤਲਬ ਇਹਨਾਂ ਦੋਨਾਂ 'ਚ ਕੋਈ ਪ੍ਰਾਪਰਟੀ ਲੱਗਣੀ ਆ ਐਂਗਲ ਕਿਹਦਾ ਵੱਡਾ ਆ ਰਿਹਾ cos ਦਾ ਐਂਗਲ ਗ੍ਰੇਟਰ ਆ ਰਿਹਾ ਜਿਹੜਾ ਗ੍ਰੇਟਰ ਐਂਗਲ ਹੁੰਦਾ ਆਪਾਂ ਪਹਿਲਾਂ ਲਿਖ ਦਿੰਦੇ ਆ ਸੈਕਿੰਡ ਜਿਹੜੀ ਪ੍ਰਾਪਰਟੀ ਆਪਾਂ ਯੂਜ਼ ਕਰਾਂਗੇ 2 cos A sin B ਹੁੰਦੀ ਕਹੋਗੇ ਕਿ ਸਰ ਇੱਥੇ ਸਾਡੀ ਗਾਰੰਟੀ ਜਿਹੜੀ ਆ ਉਹਦੇ ਹੁੰਦੀ ਆ 2 ਨਾਲ ਲੱਗਾ ਹੁੰਦਾ ਇੱਥੇ ਪਰ 2 ਨਹੀਂ ਹੈਗਾ ਤੇ ਕੋਈ ਪ੍ਰੋਬਲਮ ਨਹੀਂ ਜਿਹੜੀ ਚੀਜ਼ ਨਹੀਂ ਹੈਗੀ ਆਪਣੇ ਕੋਲ ਆਪਾਂ ਮਲਟੀਪਲਾਈ ਡਿਵਾਈਡ ਵੀ ਕਰ ਸਕਦੇ ਆ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਇੱਥੇ 2 ਨਾਲ ਡਿਵਾਈਡ ਤੇ 2 ਨਾਲ ਮਲਟੀਪਲਾਈ ਤੇ cos ਪਹਿਲਾਂ ਲਿਖ ਲੈਂਦੇ ਆ ਜਿਹਦਾ ਐਂਗਲ ਗ੍ਰੇਟਰ ਹੁੰਦਾ ਉਹਨੂੰ ਪਹਿਲਾਂ ਲਿਖ ਲਈਦਾ ਉਹਦਾ ਕਾਰਨ ਇਹ ਹੁੰਦਾ ਕਿ ਪ੍ਰਾਪਰਟੀ ਅਪਲਾਈ ਕਰਕੇ ਬਾਅਦ ਸਾਡੇ ਕੋਲ अंदर माइनस एंगल नहीं बचता फिर माइनस एंगल आए फिर हम बाहर माइनस जो बाहर कट लईदा ठीक है बट पहला फिर आप एंगल पहला वड्डे एंगल वाला जो ट्रिग्नोमेट्रिक फंक्शन है वो आप लिख लेने हैं ठीक है जी हुण देखो इत्थे साडे कोल 2 cos A sin B फार्मूला अप्लाई करो की साडे कोल हुंदा जी हाफ ऑफ एरिया करके क्या आ जाएगा sin A plus B that is 3x plus 2x माइनस sin A minus B that is 3x minus 2x ठीक है जी into dx half of 3x plus 2x के नाल को आ गया sin 5x minus 3x 2x माइनस हो के ना आ गया को sin x आ गया dx सेपरेट कर लीजिए half of sin 5x dx माइनस हाफ से दोनों ना मल्टीप्लाई हो रहा है हाफ इतना भी होएगा 1/2 इतना मल्टीप्लाई होएगा sin x dx इधर देखो जी हाफ sin की इंटीग्रेशन क्या होगी जी माइनस cos 5x ते नाल x का कोएफिशिएंट किया 5 ਉਹਦੇ ਨਾਲ डिवाइड करना माइनस इथे ਸਾਡੇ को माइनस cos x ਤੇ प्लस क्या आ गई c आगे सिंपलीफाई करके ਤੁਹਾਡਾ आंसर आ जाएगा ठीक है जी इस तरीके नाल जे बेटा तीन साडे को ट्रिग्नोमेट्रिक फंक्शन किते मल्टीप्लाई होण ते ओनू भी आपां इस तरीके नाल ही करना क्योंकि सर किवें मान लो साडे कोल इत्थे sin 2x sin 3x है इत्थे नाल cos 2x सपोज हुंदा ठीक है तीनों को फंक्शन आ गए पहला असीं इन्हां दोनां दे ट्रिग्नोमेट्रिक फंक्शन जिहड़ा अपनी प्रॉपर्टी अप्लाई करनी सी ये जिहड़ी दोवां दे अप्लाई होगी ये साडे कोल आ गया फिर
बाहर साडे कोल की आउणा सी इत्थे cos 2x dx, फिर इनू दोनों नाल करना सी मल्टीप्लाई, फिर दोबारा असली प्रॉपर्टी जिहड़ी है अप्लाई करनी, मतलब 3 मल्टीप्लाई हुंदे होणगे, फिर प्रॉपर्टी जिहड़ी है 2 बार अप्लाई होएगी। ठीक है, इस करके करना प्रोसीजर भी आपां यही फॉलो करना है। ठीक है जी, नोट डाउन कर लो। नैक्सट देखिए जी, असीं फर्स्ट सम कीता सी साइन स्केयर वाला। हुण कि बेटा जी मान लो साइन जां कॉस दोनों की पावर 3 ਜਾਂ 4 साडे कोल आए, तो उन्होंने किस तरीके नाल सॉल्व करना, किहड़ी आपां उत्थे ट्रिग्नोमेट्रिक आइडेंटिटी जिहड़ी आ अप्लाई करांगे। ठीक है, देखो साडे कोल मान लो साइन क्यूब आ जांदा, पहला तुसीं यही सोचना है कि साइन क्यूब जिहड़ा आ उहदी कोई डायरैक्ट आइडेंटिटी है कि जिहदे विच साडे कोल जिन्ने भी फंक्शन सारे लीनियर ही आउंदे होण, तो आई थिंक साइन क्यूब दी भी हुंदी है ते कॉस क्यूब दी भी हुंदी है। ठीक है, एक पासे साइन 4 है, ये बारे में बाद आपां गल करदे हां। साइन क्यूब वाली लिखी, साइन क्यूब दी साडे कोल डायरैक्ट आइडेंटिटी हुंदी है साइन 3x विच, कि साइन 3x हुंदा 3 sin x माइनस 4 sin क्यूब x। ठीक है, इदां ही cos 3x भी हुंदा है, वो हुंदा 4 cos क्यूब x माइनस 3 cos x। इस करके ਜਦੋਂ ਸਾਡੇ ਕੋਲ ਸਾइन स्केयर आया सी ਤੇ ਆਪਾਂ ਫਿਰ ਵੇਖਿਆ ਕਿ साइन स्केयर ਦੀ ਕਿਹੜੀ-ਕਿਹੜੀ ਆਇਡੈਂਟੀਟੀਆਂ ਸੀ, ਆਪਾਂ ਉਹ 1 cos 2x ਵਾਲੀ ਅਪਲਾਈ ਕੀਤੀ। ਇੱਥੇ ਸਾਡੇ ਕੋਲ साइन क्यूब ਦੀ ਇਹ ਆਇਡੈਂਟੀਟੀ ਹੁੰਦੀ ਹੈ, ਇਹ ਪੂਰੀ ਆਇਡੈਂਟੀਟੀ ਵਿੱਚ ਇੱਕ ਜਗ੍ਹਾ साइन क्यूब ਸਾਡੇ ਕੋਲ ਹੁੰਦਾ, ਤੇ ਆਪਾਂ ਕੀ ਕਰਨਾ साइन क्यूब ਦੀ ਵੈਲਿਊ ਫਾਈਂਡ ਕਰ ਲਾਂਗੇ। ਇਹਨੂੰ ਲੈਫਟ ਹੈਂਡ ਸਾਈਡ ਤੇ ਲੈ ਆਉਣੇ, 4 sin क्यूब x is equal to 3 sin x minus sin 3x, फिर 4 जाके डिवाइड हो जाएगा उधर, sin क्यूब x is equal to 1/4 3 sin x minus sin 3x। क्लियर जी? ठीक है, चलो ये साडे कोल आ गई sin क्यूब x की वैल्यू। इदां ही जे cos क्यूब हुंदा इस तरीके नाल आपां cos क्यूब की आइडेंटिटी अप्लाई करनी। ठीक है जी, हुण चलो ਇਹਦੀ जगह साडे कोल फंक्शन क्या आ जाएगा sin क्यूब x dx, ये साडे कोल आ जाएगा implies 1/4 3 sin x minus sin 3x dx। आई थिंक हुण इहनूं इंटीग्रेशन करनी औखी नहीं है, 1/4 इहदे नाल मल्टीप्लाई करके सैपरेट कर लेंगे, 3/4 बाहर आ गया, कला sin x माइनस 1/4 बाहर अंदर आ गया sin 3x, इतने dx पा दें, इतने dx पा दें। ठीक है जी, अगेन इंटीग्रेशन कर लो, 3/4 sin x आ जाएगी माइनस cos x, x का कोएफिशिएंट 1 ही है, तां कर थल्ले कुछ नहीं आएगा, 1 लिखो ना लिखो प्रॉब्लम नहीं, माइनस 1/4 इतने आएगा जी माइनस cos 3x नाल 3 नीचे डिवाइड होएगा प्लस c, अगे मल्टीप्लाई कर लो थोड़ा आंसर आ जाएगा। ठीक है, इस तरीके नाल आपां इत्थे साइन क्यूब दे विच आइडेंटिटी अप्लाई करके इनू सॉल्व किया। इदां जी cos क्यूब आए तो इस तरीके नाल आपां कर सकते हैं। ठीक है जी, नेक्स्ट साइन की पावर 4। अच्छा, साइन क्यूब वैसे आपां इस मैथड नाल भी कीता, कोई होर कोई मैथड जे तुहाडे माइंड विच आ सकता तो उदां भी अप्लाई कर सकते हैं। जिवें सपोज तुहाडे माइंड विच आए कि साइन क्यूब नूं आपां ब्रेक कर लईए साइन स्केयर इंटू साइन एक्स दे विच, है ना, आ सकदा कोई चक्कर, ये भी गल दिमाग च रखनी है। इत्थे ये नहीं कि मान लो जी मैं कोई ट्रिग्नोमेट्रिक आइडेंटिटी अप्लाई की है तो इहनूं क्रैम कर लांगे बस यही सम च अप्लाई होनी, इदां नहीं होना। बहुत सारे सम्स इदां दे होणगे, हो सकता तुहाडे माइंड च कोई डिफरेंट आइडेंटिटी भी आ जाए कि हाँ उस तरीके नाल अप्लाई करके कर सकते नो प्रॉब्लम। तुसीं बस इंडिपेंडेंटली सोचना है, क्योंकि यही चीज़ है कि इंटीग्रेशन द सम्स ये नहीं कि एक ही मैथड उन्होंने आपां ट्रिग्नोमेट्रिक आइडेंटिटी जिद्दां ने मर्जी अप्लाई करके सही तो आपां उहनूं सॉल्व कर सकते। जो यही सम देखो जो साइन क्यूब वाला है, जे मैं सोचा कि इहनूं मैं साइन क्यूब नूं साइन स्केयर एक्स इंटू साइन एक्स विच कन्वर्ट कर लो। हुण साइन स्केयर एक्स इंटू साइन एक्स मैं हुण इतना सोचदा कि साइन एक्स डिफरेंशिएशन वैसे कि हुंदा साडे कोल कॉस दी डिफरेंशिएशन माइनस साइन होंदी ना, तो कि मैं इतने साइन स्केयर जगह ते जे बना लेना 1 माइनस कॉस स्केयर एक्स इंटू साइन एक्स डी एक्स, तो आ कॉस एक्स पुट कर लांगा मैं टी, तो लग गया डिफरेंशिएशन ही पई है, तो साइन एक्स तो है ना, माइनस साइन नहीं है कोई प्रॉब्लम नहीं, तो क्या कि कॉन्स्टेंट की कोई प्रॉब्लम नहीं, आप जाके तो डी टी नाल डिवाइड कर देने होने। ठीक है, देखो इनू पुट करांगा टी लगे कि भाई इतने डिफरेंशिएशन पई हुई है, इस तरीके नाल भी आप सम सॉल्व कर सकते हैं। ठीक है, पर आंसर कई बार साडा मैच कर देना, कई बार आंसर डिफरेंट भी होंदा, उसकी कोई प्रॉब्लम नहीं। इस करके इंटीग्रेशन करने का कोई एक मैथड नहीं, इत्थे आप एक ही फंक्शन अलग अलग मैथड नाल भी सॉल्व कर सकते हैं।
ठीक है जी। ਹੁਣ ਨੈਕਸਟ ਦੇਖੀਏ ਜੀ sin ਦੀ ਪਾਵਰ 4x dx ਦਾ। ਡਾਇਰੈਕਟ ਤੇ sin ਦੀ ਪਾਵਰ 4x ਦੀ ਆਈ ਥਿੰਕ ਲੱਗਦਾ ਕੋਈ ਆਇਡੈਂਟੀ ਸਾਡੇ ਕੋਲ ਨਹੀਂ ਕਿ sin 4x ਡਾਇਰੈਕਟ ਹੀ ਕਿਸੇ ਸਿੰਗਲ ਪਾਵਰ ਦੇ ਇਕੁਅਲ ਹੈ। ਫਿਰ ਆਪਾਂ ਇਹਨੂੰ ਕੀ ਕਰਦੇ ਹਾਂ, sin 4x ਨੂੰ ਬ੍ਰੇਕ ਕਰ ਲੈਂਦੇ ਹਾਂ। ਆਪਾਂ sin 4x ਦੀ ਫੰਕਸ਼ਨ ਪਹਿਲਾਂ ਸੋਲਵ ਕਰੀਏ ਤੇ sin ਦੀ ਪਾਵਰ 4x ਨੂੰ ਅਸੀਂ ਬ੍ਰੇਕ ਕਰ ਲੈਂਦੇ ਹਾਂ sin square x into sin square x ਦੇ ਵਿੱਚ। ਤੇ sin square ਦੀ ਸਾਡੇ ਕੋਲ ਤੇ ਆਇਡੈਂਟੀ ਹੁੰਦੀ ਹੈ, ਹੁਣੇ ਆਪਾਂ ਕੀਤਾ ਹੋਇਆ ਨਾ sin square ਆਇਡੈਂਟੀ, ਬਸ ਉਹੀ ਦੋਨੋਂ ਜਗ੍ਹਾ ਤੇ ਅਪਲਾਈ ਕਰ ਲਾਂਗੇ ਜੀ। ਇੱਥੇ ਆ ਜਾਏਗਾ 1 minus cos 2x divide by 2, ਇੱਥੇ ਵੀ ਆ ਜਾਏਗਾ 1 minus cos 2x divide by 2, ਠੀਕ ਹੈ ਜੀ। ਇਹਨੂੰ ਕੀਤਾ ਮਲਟੀਪਲਾਈ ਆ ਗਿਆ 1 minus cos 2x ਦਾ ਹੋਲ ਸਕੁਅਰ divide by 4। ਲਓ ਜੀ sin ਦੀ ਪਾਵਰ 4x ਦੀ ਜਗ੍ਹਾ ਤੇ ਆਪਾਂ ਆ ਚੀਜ਼ ਜਿਹੜਾ ਫੰਕਸ਼ਨ ਹੈ ਇਹ ਲਿਖ ਸਕਦੇ ਹਾਂ, ਠੀਕ ਹੈ। ਅੱਗੇ ਇਹਨੂੰ ਵੀ ਸਿੰਪਲੀਫਾਈ ਕਰਨਾ ਪਏਗਾ, ਠੀਕ ਹੈ, ਕਿਉਂਕਿ ਸਿੱਧਾ sin 4x ਦੀ ਸਾਡੇ ਕੋਲ ਕੋਈ ਵੀ ਟ੍ਰਿਗਨੋਮੈਟਰੀ ਨਹੀਂ ਹੁੰਦੀ, ਬਟ ਸਕੁਅਰ ਦੀ ਹੁੰਦੀ ਹੈ, ਕਿਊਬ ਦੀ ਹੁੰਦੀ ਹੈ। ਬਟ ਜੇ ਆਪਾਂ ਕਿਊਬ ਚ ਕਨਵਰਟ ਕਰਦੇ ਹਾਂ ਤੇ ਸਮ ਟਿਪੀਕਲ ਰਹੇਗਾ ਕਿ sin ਕਿਊਬ ਦੀ ਆਇਡੈਂਟੀ ਇਹ ਲੱਗ ਜਾਏਗੀ, ਨਾਲ ਫਿਰ sin x ਬਚ ਜਾਣਾ, ਫਿਰ ਨਾਲ ਮਲਟੀਪਲਾਈ ਕਰਾਂਗੇ, ਫਿਰ ਥੋੜਾ ਸਮ ਹੋਰ ਲੈਂਥੀ ਚੱਲ ਜਾਣਾ, ਹੋ ਤਾਂ ਵੀ ਸਕਦਾ ਪਰ ਲੈਂਥੀ ਚੱਲ ਜਾਏਗਾ, ਬਟ ਇਸ ਤਰੀਕੇ ਨਾਲ ਥੋੜਾ ਸਮ ਜਲਦੀ ਕੰਪਲੀਟ ਹੋ ਜਾਏਗਾ। ਹੁਣ ਇੱਥੇ ਦੇਖੋ ਆਪਾਂ ਇਸ ਟ੍ਰਿਗਨੋਮੈਟਰੀ ਫੰਕਸ਼ਨ ਦੀ ਜਗ੍ਹਾ ਤੇ sin 4x dx ਜਗ੍ਹਾ ਤੇ ਕੀ ਲਿਖ ਲਾਂਗੇ 1 minus cos 2x by 4 ਉੱਪਰ ਆ ਗਿਆ ਹੋਲ ਸਕੁਅਰ dx। ਹੁਣ ਅੱਗੇ ਫਿਰ ਇਹਦਾ ਹੋਲ ਸਕੁਅਰ ਅਪਲਾਈ ਕਰੋ ਜੀ, ਇੱਥੇ 1 by 4 ਬਾਹਰ ਕਾਮਨ ਆ ਗਿਆ, a square plus b square minus 2ab, a1 ਤੇ b ਹੈਗਾ cos 2x, ਲਓ ਜੀ ਨਾਲ ਆ ਗਿਆ dx, ਠੀਕ ਹੈ। ਇਹ ਚਾਹੋ ਬ੍ਰੇਕ ਕਰ ਲਿਆ। ਹੁਣ ਇੱਥੇ ਇੱਕ ਪ੍ਰੋਬਲਮ ਫਿਰ ਇਹ ਆ ਕਿ ਇੱਥੇ ਸਾਡੇ ਕੋਲ ਤੇ 1 ਆ ਗਿਆ, ਇੱਕ cos 2x ਵੀ ਆ ਗਿਆ, ਇੱਕ ਸਾਡੇ ਕੋਲ ਇੱਥੇ cos square ਆ ਗਿਆ, ਫਿਰ cos square ਆ ਗਿਆ। ਹੁਣ ਸਕੁਅਰ ਵਿੱਚ ਸਾਡੇ ਕੋਲ ਫੰਕਸ਼ਨ ਆ ਡਾਇਰੈਕਟ ਸਾਡੇ ਕੋਲ ਕੋਈ ਇੰਡੀਕੇਸ਼ਨ ਨਹੀਂ ਆ, ਫਿਰ ਇਹਨੂੰ ਕੱਚ ਕਨਵਰਟ ਕਰਨਾ ਪਏਗਾ ਇਹਨੂੰ ਸਿੰਪਲ ਫਾਰਮ ਦੇ ਵਿੱਚ। ਜਿਵੇਂ ਆਪਾਂ ਇੱਥੇ sin square ਨੂੰ ਚੇਂਜ ਕੀਤਾ ਨਾ 1 minus cos 2x, ਇਦਾਂ ਹੀ cos square ਨੂੰ ਚੇਂਜ ਕਰਾਂਗੇ 1 plus cos ਦੇ ਵਿੱਚ, ਠੀਕ ਹੈ। ਜੇ ਇੱਥੇ sin x ਹੈਗਾ ਇੱਥੇ ਐਂਗਲ ਡਬਲ ਹੁੰਦਾ, ਇੱਥੇ ਜੇ cos square ਹੈਗਾ ਤੇ ਉੱਥੇ ਸਾਡੇ ਐਂਗਲ ਡਬਲ ਆ ਕੇ 4x ਹੋ ਜਾਏਗਾ। ਇੱਕ ਸਟੈਪ ਮੈਂ ਕਰ ਦੇਣਾ 1 by 4 1 plus ਇੱਥੇ ਆ ਜਾਏਗਾ ਸਾਡੇ ਕੋਲ 1 plus cos 4x by 2 ਆ ਜਾਏਗਾ minus 2 cos 2x ਤੇ ਇਹ ਆ ਗਿਆ ਟੋਟਲ ਇਹਦਾ dx, ਠੀਕ ਹੈ ਜੀ। ਹੁਣ ਤੁਸੀਂ ਅੱਗੇ ਇਹਨੂੰ ਸੈਪਰੇਟ ਕਰਕੇ ਜਿਹੜੀ ਇੰਟੀਗ੍ਰੇਸ਼ਨ ਆ ਉਹ ਕਰ ਸਕਦੇ ਹੋ, ਠੀਕ ਹੈ। ਇਸ ਤਰੀਕੇ ਨਾਲ ਆਪਾਂ ਟ੍ਰਿਗਨੋਮੈਟਰੀ ਫੰਕਸ਼ਨ ਜਿਹੜਾ ਆ ਉਹਨੂੰ ਸਿੰਪਲੀਫਾਈ ਕਰਨਾ, ਸਿੰਪਲ ਫਾਰਮ ਚ ਬਣਾ ਦੇਣਾ, ਕਿਹਦੀ ਹੈਲਪ ਨਾਲ, ਬਾਈ ਯੂਜ਼ਿੰਗ ਟ੍ਰਿਗਨੋਮੈਟ੍ਰਿਕ ਆਇਡੈਂਟੀਟੀਜ਼, ਠੀਕ ਹੈ ਡਾਕਟਰ ਜੀ। ਤੇ ਡਿਫਰੈਂਟ ਸਮਸ ਆਪਾਂ ਸੋਲਵ ਕਰਾਂਗੇ। ਸਭ ਤੋਂ ਪਹਿਲਾਂ ਜੀ cos x 1 plus cos x, ਇਹਨੂੰ ਇੰਟੀਗ੍ਰੇਸ਼ਨ ਕਰਨਾ ਜੀ ਬਾਈ ਯੂਜ਼ਿੰਗ ਆਇਡੈਂਟੀਟੀ। ਹੁਣ ਜੇ ਉੱਪਰ ਸਾਡੇ ਕੋਲ ਹੁੰਦਾ sin x, ਬਹੁਤ ਸਿੰਪਲ ਸੀ, 1 plus cos x ਪੁੱਟ ਕਰਨਾ ਸੀ ਆਪਾਂ, t ਪਰ ਡਿਫਰੈਂਸ਼ੀਏਸ਼ਨ ਪਈ ਸੀ, ਬਟ ਹੁਣ ਇੱਥੇ ਉੱਪਰ cos x ਵਾਲੇ 1 plus cos x ਹੈ, 1 plus cos x ਹੀ ਸਾਡੇ ਕੋਲ ਤੇ ਹੁੰਦੀ ਆ ਆਇਡੈਂਟੀਟੀ, ਉਹੀ 1 plus cos 2x ਦੀ 1 plus cos 2x ਹੁੰਦਾ ਸਾਡੇ ਕੋਲ 2 ਆਪਣਾ cos square x, ਇੱਧਰ ਜੇ 1 plus cos x ਹੋਏਗਾ ਉਹ ਹੋਏਗਾ 2 cos square ਐਂਗਲ ਹਾਫ ਹੋ ਜਾਏਗਾ ਅੱਗੇ, ਠੀਕ ਹੈ। ਇਸੇ ਤੋਂ ਹੀ ਆਪਾਂ ਫਿਰ ਆਈਡੀਆ ਲਵਾਂਗੇ ਵੀ cos x ਦੀ ਆਇਡੈਂਟੀਟੀ ਆਪਾਂ ਕਿਹੜੀ ਅਪਲਾਈ ਕਰਨੀ ਹੈ, ਠੀਕ ਹੈ ਜੀ। ਸਭ ਤੋਂ ਪਹਿਲਾਂ ਮੈਂ ਇੱਥੇ ਉੱਪਰ ਜੇ cos x ਹੀ ਰਹਿਣ ਦੇਣਾ, ਨੀਚੇ ਮੈਂ ਅਪਲਾਈ ਕਰ ਦੇਣਾ 1 plus cos x ਹੋਏਗਾ 2 cos square ਐਂਗਲ ਦਾ ਹਾਫ ਹੋ ਜਾਂਦਾ ਜੀ x by 2। ਤੇ ਕੀ cos x ਦੀ ਕੋਈ ਆਇਡੈਂਟੀਟੀ ਹੁੰਦੀ ਇਦਾਂ ਹੀ ਕੋਈ ਸਕੁਅਰ ਦੀ ਫਾਰਮ ਦੇ ਵਿੱਚ? ਹਾਂ ਇੱਕ ਹੁੰਦੀ ਹੈ, cos 2x ਹੁੰਦਾ cos square x minus sin square x, ਇਦਾਂ ਜੇ cos 2x ਦਾ ਅੱਗੇ ਐਂਗਲ ਹਾਫ, ਜੇ cos x ਆ ਉਹ ਕੀ ਹੋਏਗਾ cos square x by 2 minus sin square x by 2, ਆਪਾਂ ਹੁਣ ਆ ਗਿਆ ਜੀ 2 cos square x by 2 dx। ਸੈਪਰੇਟ ਕਰ ਦਾਂਗੇ ਜੀ, ਇਹ ਸੈਪਰੇਟ ਕੀਤਾ 1 by 2 ਬਾਅਦ cos square x by 2 ਆਪਾਂ ਹੁਣ ਆ ਗਿਆ ਜੀ cos square x by 2 minus similarly 1 by 2 ਬਾਅਦ sin square x by 2 ਆਪਾਂ ਹੁਣ ਆ ਗਿਆ ਜੀ cos square x by 2 dx। ਇੱਥੇ dx ਹੋ ਗਿਆ, ਸੈਪਰੇਟ ਕਰ ਲਿਆ, ਆਪਾਂ ਪੂਰੀ ਇੰਟੀਗ੍ਰੇਸ਼ਨ ਕਰ ਲਈ ਜੀ। ਇੱਥੇ ਕੱਟ ਹੋ ਕੇ ਆ ਜਾਏਗਾ 1 by 2 1 dx minus sin square by cos square ਕਿੰਨਾ ਸਾਡੇ ਕੋਲ tan square,
ठीक है जी। ये साडे कोल आ गया जी tan स्क्वेयर x बाय 2। हुण एक 1 की साडे कोल इंटीग्रेशन ते आ जाएगी x, tan दी इंटीग्रेशन, tan दी डिफरेंशिएशन हुंदी साडे कोल secant स्क्वेयर, ते secant स्क्वेयर दी इंटीग्रेशन साडे कोल हुंदी है tan, बट tan स्क्वेयर दी साडे कोल इंटीग्रेशन नहीं हुंदी डायरेक्ट। फिर आपां की करांगे tan स्क्वेयर नूं इत्थे कन्वर्ट करांगे दे विच secant स्क्वेयर दे विच 1 by 2 into x minus 1 by 2 ये आएगा साडे कोल tan स्क्वेयर आएगा secant स्क्वेयर x by 2 minus 1। हुण अगे असीं इनू सैपरेट करांगे secant स्क्वेयर x की इंटीग्रेशन वक्री ते -1 की इंटीग्रेशन वक्री करांगे ते साडा आंसर आएगा। ठीक है, अगे बेटा सिंपलीफाई कर देना। तो मैं लास्ट सम छड्ड रहा तुहाडे वास्ते कैलकुलेशन छड्ड रही, खुद करो, खुद अगे कैलकुलेशन जिहड़ी सॉल्व करो, तुहाडी प्रैक्टिस होएगी। ठीक है, मैं लास्ट तक सॉल्व कर लांगा, वो टाइम भी ज़्यादा लगेगा, उन्हें आप लैक्चर क्वेश्चन घट जिहड़े फिर वो ऐड कर पावांगे। ठीक है, नैक्सट देखिए जी sin स्क्वायर x अपॉन 1 प्लस cos x। सब तो पहला तुहाडे माइंड फिर वही आउणा कि 1 प्लस cos x ते आ रहा 1 प्लस cos x जगह ते आपां a वैल्यू a दी प्रॉपर्टी इत्थे अप्लाई कीती वो कर सकते हैं। फिर sin स्क्वायर x जगह ते दी कहोगे फिर वही जिहड़ी आपां पहला अप्लाई कीती साडे कोल। ठीक है ना, 1 माइनस 2 sin स्क्वायर x की प्रॉपर्टी जी वो अप्लाई कर लांगे, बट इत्थे आपां इस तरीके नाल इहनूं सॉल्व नहीं करांगे, कर सकते हैं जी, करके देखना भी। मैं एक डिफरेंट जिहड़ा तरीका इत्थे अप्लाई करदा करने से होर भी एक होर वे भी अप्लाई हो सकता, बट तुसीं खुद वो तरीका जो तुहाडे भी माइंड च आ रहा है वो अप्लाई करके देख लो। मैं एक तरीका अप्लाई कर रहा sin स्क्वायर x मैं कन्वर्ट कर रहा cos दे विच, वो क्या आएगा 1 माइनस cos स्क्वायर x 1 प्लस cos x dx। इत्थे मेरे को a स्क्वायर माइनस b स्क्वायर लग जाएगा, वो क्या होता है a प्लस b इंटू a माइनस b अपॉन 1 प्लस cos x। ये दोनों के कैंसल, कला की बच गया जी 1 माइनस cos x dx बच गया। इनू अगे इंटीग्रेशन करनी बहुत ईजी है, 1 सैपरेट माइनस cos x सैपरेट, अगे इंटीग्रेशन कर लांगे साडा आंसर आ जाएगा। ठीक है, वो तुसीं डिसाइड करना कि स्टार्टिंग में तुहानूं किहड़ा मैथड जिहड़ा है वो ईजी लग रहा अप्लाई करना, तुसीं वो अप्लाई करके सॉल्व कर सकते हो। ठीक है जी, नैक्सट है कि थर्ड सम। थर्ड देखो ना क्या tan क्यूब 2x आ ते नाल secant 2x है। जे मैं इत्थे सोचा कि लागे tan की डिफरेंशिएशन पई आ, पर tan की डिफरेंशिएशन लागे हुंदी आ secant स्क्वायर हुंदी है, ना कि secant कल्ला। बट इत्थे मेरे को secant की पावर 1 नहीं आ रही, tan की पावर मेरे को 3 आ रही। थोड़ा का आइडिया ये हो रहा है कि मैंने कितना किते इत्थे ब्रेक करना पएगा, कि मैं ब्रेक करके चलांगा इत्थे tan क्यूब नूं। चलो जे ब्रेक करदा मैं tan क्यूब नूं ब्रेक कर लिया, tan स्क्वायर 2x इंटू tan 2x इंटू secant 2x dx। हुण फिर मैं देखा कि ब्रेक ते कर लिया, बट आगे आ गया हूँ tan 2x secant 2x। tan x secant x एक किहदी डिफरेंशिएशन हुंदी है secant दी, secant x की डिफरेंशिएशन secant x tan x, बट secant x tan x ते मेरे को आ रहा 2 एंगल आ रहा 2x से 2x एंगल। इत्थे जे मेरे को secant आ जाए तो उन्होंने पुट करांगा t ते लागे डिफरेंशिएशन पई है, बट आप मेरे को लागे कि यार tan स्क्वायर, बट tan स्क्वायर जगह मेरे को secant स्क्वायर आ जाए तो मेरा सम सॉल्व हो सकता, क्योंकि लागे डिफरेंशिएशन जिहड़ी है वो बनदी। जो भी सम तुसीं सॉल्व करना देखना इंटीग्रेशन का, तो सारियां चीज़ां माइंड च घुमा के देखनियां। ठीक है, जिवें डिफरेंशिएशन आप करते ना, जो देखते हैं कि हाँ इत्थे किहड़ा u अपॉन v अप्लाई होना, u इंटू v अप्लाई होना, इत्थे लॉग अप्लाई होना, तो सोचते हो कि उदों तो प्रैक्टिस करते करते अपने भी दिमाग हो जाता कि हाँ इत्थे आ चीज़ अप्लाई होनी है, सेम चीज़ इंटीग्रेशन भी होएगी। बस तुसीं सारा कुछ दिमाग रखना कि इनू ब्रेक कर लिया, हुण की करिए, लागे आ secant x tan x आ रहा, ये डिफरेंशिएशन secant दी हुंदी है। ਇਹਦਾ मतलब ये कि जे tan स्क्वायर ਨੂੰ ਆਪਾਂ secant ਚ ਕਨਵਰਟ ਕਰ ਲਈਏ ਤਾਂ ਸਮ ਸੋਲਵ ਹੋ ਸਕਦਾ। ਬਸ ਇਹ ਚੀਜ਼ ਸਾਡੇ ਦਿਮਾਗ 'ਚ ਆ ਗਈ ਤੇ ਸਮ ਸੋਲਵ ਹੋ ਗਿਆ। ਇਹਨੂੰ ਲਿਖ ਦਾਂਗੇ ਆਪਾਂ secant स्क्वायर 2x - 1 ਨਾਲ ਆ ਗਿਆ tan 2x secant 2x dx। ਲਓ ਜੀ ਇਹਨੂੰ ਪੁੱਟ ਕਰ ਦਾਂਗੇ y ਤੇ ਲਾਗੇ ਸਾਡੇ ਕੋਲ ਕੀ ਇਹਦੀ ਪਈ ਆ डिफरेंशिएशन। ठीक है जी, अगर तुम खुद सॉल्व करके देखना। मैं बस तुहानूं स्टार्टिंग दसती कि किस तरीके नाल आपां इहदे सॉल्व करना है, क्योंकि इंटीग्रेशन दे समझ स्टार्टिंग ही मेन हैगी आ। जे स्टार्ट दा मतलब आ गया, हुण अगे की आ इनू पुट secant 2x नूं पुट कर दोगे t, ओहदी डिफरेंशिएशन क्या आ गई secant x secant 2x tan 2x नाल 2x आ जाएगी 2,
वो जाके dt ਨਾਲ डिवाइड हो जाएगा। इत्थे आ जाएगा t स्केयर माइनस 1 इंटू dt बाय 2 तो अगे आप सिंपल होती की इंटीग्रेशन करके तो लास्ट पे t की जो वैल्यू पुट की आप सबस्टिट्यूट कर लो। ठीक है जी, तो बच्चे नोट डाउन कर लो इन सम्स नूं ते देखते एक लास्ट सम सॉल्व कर दो। देखिए जी लास्ट सम लेक्चर का तो टोटली डिफरेंट सम है, सारे पहले सम सुनाओ डिफरेंट इसे करके कि तो देखो आर्टिकल इनवर्स आ गया साइन इनवर्स कॉज एक्स, इनू असीं करना जी इंटैग्रेट। ठीक है, हुण साइन इनवर्स कॉज एक्स इंटीग्रेशन करनी है। कुछ दे माइंड च आऊगा जी बाहर साइन इनवर्स आ रहा अंदर कॉज आ रहा, आप इदा करिए कि कॉज नूं साइन च कन्वर्ट कर लीए, कॉज नूं साइन च कन्वर्ट कर लांगे। किवें कन्वर्ट करांगे, साइन एक्स हैगा असली कॉज एक्स हैगा, यह हैगा साइन पाई बाय 2 माइनस एक्स। ठीक है, इस तरीके नाल भी आप इहनूं सॉल्व कर सकते हैं। ठीक है, अंदर साडे कोल की आ रहा कॉज एक्स आ रहा, बाहर है कोई साइन इनवर्स है, अप्लाई कर दो। इस ते अलावा भी कोई होर भी वेज ना अप्लाई कीती होणगे उन्हां नाल भी कर सकते हो जो तुहाडे माइंड च आउंदा। हुण इत्थे मैनूं पता कि वैसे कॉज एक्स के बारे उन्होंने कोई भी इत्थे गल कीती नहीं भी एक्स कित्थों ना कित्थे अप्लाई करदा पिया कि नहीं करदा पिया। ठीक है, बट चलो आपां इत्थे इहदे नाल भी अप्लाई करके कर सकते हैं। मैं इत्थे की करदा साइन इनवर्स आ, मैं कॉज नूं कन्वर्ट करदा साइन च, किवें साइन पाई बाय 2 माइनस एक्स दे विच dx, फिर साइन साइन कैंसिल हो जाएगा, कला की बच गया इत्थे जी पाई बाय 2 माइनस एक्स dx। अगे कर देंगे आप जी इंटीग्रेशन पाई बाय 2 तो कांस्टेंट आ, इंटीग्रेशन इत्थे x आ जाएगी, इहदी आ जाएगी x स्क्वायर बाय 2। क्लियर, तो कई जगह तो किवें सॉल्व करते हैं सैकेंड मैथड किहड़ा अप्लाई करते हैं, क्योंकि सानूं ते x बारे कुछ गल कीती नहीं कि x कित्थों कित्थे अप्लाई करदा पिया, तां ही मैथड अप्लाई कर भी सकते हैं, कोई प्रॉब्लम नहीं। सैकेंड कर देगी कहते कि जी आदे कोल साइन इनवर्स अंदर कॉज एक्स है dx, एंगल प्रॉब्लम करता पिया। वैसे आप इनवर्स की अजे तक इंटीग्रेशन भी नहीं पढ़ी, नॉर्मली डायरैक्ट आप इनवर्स की कोई इंटीग्रेशन नहीं पढ़ी, वैसे है साडी इंटीग्रेशन बट अजे तक पढ़ी नहीं, आप पढ़ांगे भी। कॉज एक्स नूं की करदे है कि कॉज एक्स प्रॉब्लम करता पिया, कॉज एक्स नूं टी पुट कर लो माइनस साइन एक्स कॉज की डिफरेंशियल माइनस साइन, ये आ गया dt दे, मतलब साडे कोल dx किहदे इक्वल आ जाएगा dt अपॉन, इसे आप इदा करते जी माइनस साइन एक्स dx आ गया dt दे। बट नॉर्मल देखा जी साडे कोल cos x नूं t पुट कीता इत्थे t आ जाएगा, पर dx की वैल्यू साडे कोल कादे विच आ रही अजे भी x विच आ रही है। dx की साडा पूरा फंक्शन कादे विच होना चाहिए t दे विच, बट साडा फंक्शन कादे विच आ रहा है इत्थे x विच भी आ रहा। दैन फिर असीं की करना इत्थे कोई इहो जिहा वे अप्लाई करना ताकि साडा फंक्शन जिहड़ा इत्थे t विच ही है, dx की वैल्यू t विच ही है, ओहदे हुण x दा ते काम खत्म हो गया। आपां इत्थे cos x नूं t पुट कीता, या फिर कही जी x की वैल्यू cos इनवर्स आपां t ले ली, बट नहीं साडे कोल साइन माइनस साइन एक्स dx dt इक्वल आ गया। फिर किवें कन्वर्ट करांगे उहदे वास्ते आपां a नूं यूज करांगे, दोनों पासे आपां स्क्वेयरिंग बोथ साइड करदे हां, साडे कोल cos स्क्वायर x आउंदा इक्वल टू t स्क्वायर दे, दैन cos स्क्वायर x नूं कन्वर्ट करदे असीं 1 माइनस sin स्क्वायर x इक्वल टू t स्क्वायर, ये चल जाएगा उधर 1 माइनस t स्क्वायर इज इक्वल टू sin स्क्वायर x, ते sin x आ गया जी स्क्वायर रूट 1 माइनस टी स्क्वायर, मतलब ए सी वैल्यू करांगे यूज इथे, यदि अगर आएगा माइनस स्क्वायर रूट 1 माइनस टी स्क्वायर dx इक्वल टू dt, dx आ गया जी dt अपॉन माइनस 1 माइनस टी स्क्वायर। फिर इथे कर देंगे वैल्यू सब्स्टिट्यूट, sin इनवर्स t dx का आ गया जी dt अपॉन माइनस स्क्वायर रूट 1 माइनस टी स्क्वायर। ठीक है जी, हुण देखो साइन इनवर्स ऊपर टी आ रहा, साइन इनवर्स की डिफरेंशिएट की होंदी है 1 अपॉन स्क्वायर रूट 1 माइनस एक्स स्क्वायर, तो साइन इनवर्स टी नूं हुण इत्थे फिर अगे सब्स्टिट्यूशन होनी है, साइन इनवर्स टी नूं पुट करांगे आपां u, ते आ नीचे की पई ओदी डिफरेंशिएशन पई है, आप पूरी नूं आपां u लेट कर लांगे। नेक्स्ट फिर साइन इनवर्स टी नूं पुट करांगे u 1 अपॉन स्क्वायर रूट 1 माइनस टी स्क्वायर dt, इहदी अगे आ जाएगा du, आप पूरी दी वैल्यू आ साडे कोल, इहदी अगे की आ जाएगा साडे कोल du आ जाएगा, इहदी अगे ओनली u आ जाएगा। फिर आप फर्दर ओदी की अगे इंटीग्रेशन कर लेंगे, तो इस मैथड नाल तुहाडे जिहड़े सॉल्यूशन दिता होएगा उन्होंने, ठीक है, इहदे नाल तुसीं कर सकदे सॉल्व।
ਇਸ ਮੈਥਡ ਨਾਲ ਵੀ ਸੋਲਵ ਕਰ ਸਕਦੇ ਜੀ। ਠੀਕ ਹੈ, ਬਟ ਪ੍ਰੋਬਲਮ ਇੱਥੇ ਹੈ ਕਿ ਉਹਨਾਂ x ਦੀ ਸਾਨੂੰ ਉੱਥੇ ਵੈਲਿਊ ਦਿੱਤੀ ਨਹੀਂ ਹੈ, ਕਿਉਂਕਿ ਆਪਾਂ ਤਾਂ ਅਪਲਾਈ ਕਰਨਾ ਹੁੰਦਾ ਕਿ ਜੇ ਸਾਡਾ x ਜਿਹੜਾ ਆ ਉਹਦੀ ਵੈਲਿਊ ਇੱਥੇ ਕੰਡੀਸ਼ਨ ਨਾਲ ਜਿਹੜੀ ਸੈਟੀਸਫਾਈ ਹੋਣੀ ਚਾਹੀਦੀ ਆ, ਬਟ ਉਹ ਸਾਨੂੰ ਗਿਵਨ, ਇਸ ਕਰਕੇ ਆਪਾਂ ਇਹ ਵਾਲਾ ਮੈਥਡ ਇੱਥੇ ਜਿਹੜਾ ਅਪਲਾਈ ਕਰਾਂਗੇ। ਠੀਕ ਹੈ, ਇਹ ਵੀ ਕਰ ਸਕਦੇ ਹਾਂ ਬਟ ਜਿਹਨੂੰ x ਦੀ ਕੰਡੀਸ਼ਨ ਨਾਲ ਦਿੱਤੀ ਹੋਈ। ਠੀਕ ਹੈ ਜੀ, ਤੇ ਇਹ ਸੀ ਬਸ ਤੁਹਾਡੀ 7.3 ਐਕਸਰਸਾਈਜ਼। ਲਗਭਗ ਸਾਰੇ ਹੀ ਸਮਝ ਉਹਦੇ ਕਵਰ ਕੀਤੇ ਆ, ਜਿੰਨੇ ਵੀ ਪੂਰੀ ਐਕਸਰਸਾਈਜ਼ ਹਰ ਇੱਕ ਟਾਈਪ ਕਵਰ ਕੀਤੀ ਹੈ। ਕੁਝ ਸਮਝ CD ਫਾਰਮੂਲੇ ਅਪਲਾਈ ਹੋਣਗੇ, ਉਹਨਾਂ ਨੂੰ ਵੀ ਦੇਖਿਓ। ਠੀਕ ਹੈ, ਤੇ ਆਪਣੀ 7.3 ਐਕਸਰਸਾਈਜ਼ ਕੰਪਲੀਟ ਕਰਿਓ। ਨੈਕਸਟ ਅਸੀਂ ਬੱਚੇ 7.4 ਐਕਸਰਸਾਈਜ਼ ਜਿਹੜੀ